ਹੈਲੋ ਫਰੈਂਡਸ, ਕੀ ਹਾਲ ਚਾਲ। ਸੋ ਸਵੇਰ ਦੇ ਵੱਜ ਗਏ ਆ ਕਿੰਨੇ? ਸਵੇਰ ਦੇ 8:14 ਤੇ ਆਪਾਂ ਤਕਰੀਬਨ 32-33 ਮਿੰਟ ਪਹਿਲਾਂ ਘਰੋਂ ਚੱਲੇ ਸੀਗੇ। ਆ ਦੇਖੋ ਜੀ, ਰਿਕਾਰਡ ਸਾਡੇ ਨਾਲ ਆ। ਤੇ ਆਪਾਂ ਹੁਣ ਤੱਕ 7.7 ਕਿਲੋਮੀਟਰਸ ਤੇ ਇੰਨਾ ਕੁ ਆਪਾਂ ਚੱਲ ਚੁੱਕੇ ਆ 32 ਮਿੰਟਾਂ ਦੇ ਵਿੱਚ। ਤੇ ਸਾਈਕਲ ਸਾਡੇ ਨਾਲ ਹੈਗੇ ਆ, ਸਾਡੇ ਹਵਾ ਚੈੱਕ ਕਰ ਲਈ ਸੀ ਚੱਲਣ ਲੱਗੇ। ਤੇ ਸਾਈਕਲ ਟੌਪ ਆ। ਤੇ ਸਭ ਤੋਂ ਪਹਿਲਾਂ ਇੱਥੋਂ 3 ਕਿਲੋਮੀਟਰ ਸਾਈਡ ਤੇ ਹੈਗਾ ਵਨ ਚੇਤਨਾ ਪਾਰਕ, ਆਪਾਂ ਉੱਥੇ ਜਾਵਾਂਗੇ। ਉੱਥੇ ਤੁਹਾਨੂੰ ਦਿਖਾਉਂਦੇ ਆ ਵਨ ਚੇਤਨਾ ਪਾਰਕ। ਤੇ ਉਸ ਤੋਂ ਬਾਅਦ ਫਿਰ ਆਪਾਂ ਨਾਰਾ ਡੈਮ ਵੱਲ ਚੱਲਦੇ ਹਾਂ। ਚਲੋ ਚਲੀਏ। ਕਬੂਤਰਾਂ 'ਚ ਫੁੱਲ ਲਾਏ ਆ। ਵਿੱਚ ਗੁੱਲੀ ਡੰਡਾ ਵੀ ਹੋਇਆ ਹੈ ਕਣਕ ਵਾਲਾ। ਕੋਈ ਨਾ, ਚੱਕ ਦਿਆਂਗੇ। ਠੰਡੀ ਠੰਡੀ ਹਵਾ ਹੋਈ ਜਾਂਦੀ ਹੈ। ਹਵਾ ਠੰਡੀ ਹੋ ਗਈ ਆ। ਇਹ ਤਾਂ ਦੇਖੋ, ਪਹਿਲਾਂ ਸਾਨੂੰ ਯਾਦ ਆ ਜਦੋਂ ਨਿੱਕੇ ਹੁੰਦੇ ਸੀਗੇ ਤਾਂ ਬਹੁਤ ਸਾਰੀਆਂ ਸੜਕਾਂ ਇੱਦਾਂ ਦੀਆਂ ਸੀਗੀਆਂ ਜਿੱਦਾਂ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾਈਦਾ ਸੀਗਾ ਜਿਹੜਾ ਸਾਡੇ ਫੌਜੀ ਭਾਈ। ਤੇ ਜਿੱਦਾਂ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਿਹੜੀ ਸੜਕ ਜਾਂਦੀ ਸੀ ਉਹ ਤਕਰੀਬਨ ਸਾਰੀ ਦੀ ਸਾਰੀ ਰੁੱਖ ਇੱਦਾਂ ਹੀ ਸੀਗੇ। ਉੱਥੇ ਇੱਦਾਂ ਚੌਰਾ ਪੂਰਾ ਬਣਿਆ ਰਹਿੰਦਾ ਹੁੰਦਾ ਸੀਗਾ। ਵਨ ਚੇਤਨਾ ਪਾਰਕ ਆ ਗਈ ਹੈ ਜੀ। ਵਨ ਚੇਤਨਾ ਪਾਰਕ ਪਹੁੰਚ ਗਏ ਅਸੀਂ। ਜੀ ਗੇਟ ਖੁੱਲੇ ਹੋਏ ਤਾਂ ਜ਼ਰੂਰ ਅੰਦਰੋਂ ਵੀ ਦਰਸ਼ਨ ਕਰਾਵਾਂਗੇ। ਕੋਈ ਨਾ ਯਾਰ ਸਾਈਕਲ ਤੇ ਘੁੰਮਣਾ ਕੋਈ ਨਾ। ਮੋਰ ਵੀ ਲੋ ਵੀ ਦੋਸਤੋ, ਅਸੀਂ ਪਹੁੰਚ ਚੁੱਕੇ ਹਾਂ ਵਨ ਚੇਤਨਾ ਪਾਰਕ ਹੁਸ਼ਿਆਰਪੁਰ। ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਹਰਿਆਲੀ ਬਹੁਤ ਆ, ਵੈਲ ਮੇਨਟੇਨਡ। ਕੁਝ ਕੁ ਸਾਲ ਪਹਿਲਾਂ ਇੱਥੇ ਆਈਦਾ ਸੀਗਾ ਤੇ ਇੰਨਾ ਵਧੀਆ ਇਹ ਨਹੀਂ ਹੁੰਦਾ ਸੀਗਾ। ਮਤਲਬ ਕਾਫੀ ਕੁਝ ਰੁੱਖ ਇੰਨੇ ਨਹੀਂ ਹੁੰਦੇ ਸੀਗੇ, ਹਰਿਆਲੀ ਇੰਨੀ ਨਹੀਂ ਹੁੰਦੀ ਸੀਗੀ। ਪਰ ਹੁਣ ਕਾਫੀ ਵਧੀਆ ਤਰੀਕੇ ਨਾਲ ਇਹਨੂੰ ਜਿੱਦਾਂ ਮੇਨਟੇਨ ਕੀਤਾ ਗਿਆ ਆ। ਉਦੋਂ ਵੈਸੇ ਪਰਚੀ ਵੀ ਨਹੀਂ ਹੁੰਦੀ ਸੀ, ਹੁਣ ਪਰਚੀ ਵੀ ਲੱਗ ਗਈ ਆ। ਤੇ 20 ਰੁਪਏ ਦੀ, ਜੇ ਤੁਸੀਂ ਇੱਥੇ ਆਉਣਾ 20 ਰੁਪਏ ਦੀ ਐਂਟਰੀ ਫੀਸ ਆ। ਤੇ ਜੇ ਤੁਸੀਂ ਪਾਰਕਿੰਗ ਕਰਨੀ ਆ ਤਾਂ 10 ਰੁਪਏ। ਅਸੀਂ ਸਾਈਕਲਾਂ ਤੇ ਆਏ ਆ, ਸਾਈਕਲ ਅਲਾਉਡ ਨਹੀਂ ਹੈਗੇ। ਤੇ ਜਿਹੜੀ ਸਾਈਕਲ ਪਾਰਕ ਕਰਨ ਦੀ 10 ਰੁਪਏ ਫੀ ਆ। ਤੁਸੀਂ ਆਓ ਤੇ ਕੁਦਰਤ ਦੇ ਨਜ਼ਾਰੇ ਮਾਣੋ। ਲਓ ਜੀ, ਬਾਂਸ ਹੀ ਬਾਂਸ, ਬੈਂਬੂ ਟਰੀ। ਜਤਿਨ ਜੀ, ਬੈਂਬੂ ਟਰੀ ਬਾਰੇ ਕੁਝ ਕਹਿਣਾ ਚਾਹੋਗੇ? ਪਹਿਲਾਂ ਹਰਾ ਹੁੰਦਾ ਹੈ, ਅੱਛਾ, ਹੁਣ ਪੀਲਾ ਪੈ ਚੁੱਕਾ ਹੈ ਕਿਉਂਕਿ ਏਜ ਹੋ ਗਈ। ਮਤਲਬ ਪਹਿਲਾਂ ਹਰਾ ਹੁੰਦਾ, ਜਦੋਂ ਇਹਦੀ ਜਿੱਦਾਂ ਇਹ ਵੱਡਾ ਹੁੰਦਾ ਜਾਂਦਾ ਉਮਰ ਵੱਧਦੀ ਜਾਂਦੀ ਹੈ। ਉਹ ਹਰਾ ਵੀ ਲੱਭ ਰਿਹਾ ਨਾ ਇੱਕ। ਹਾਂ, ਹਰਾ ਵੀ ਹੈਗਾ, ਉਹ ਵੀ ਦਿਖਾਉਂਦੇ ਆ। ਇਹਦੀ ਗਰੋਥ ਬਹੁਤ ਹੁੰਦੀ ਹੈ। ਅੱਛਾ, ਰੋਜ਼ ਦੀ ਰੋਜ਼ ਡੇਲੀ ਦੀ ਡੇਲੀ ਵਧੀਆ ਗਰੋਥ ਹੁੰਦੀ ਆ। ਤੇ ਜਦੋਂ ਇਨੀਸ਼ੀਅਲ ਸਟੇਜਸ ਹੁੰਦਾ ਤਾਂ ਇੱਦਾਂ ਗ੍ਰੀਨ ਹੁੰਦਾ, ਫਿਰ ਹੌਲੀ ਹੌਲੀ ਪੀਲਾ ਪੈ ਜਾਂਦਾ। ਓਏ ਹੋਏ ਹੋਏ ਹੋਏ, ਬੇਲਾਂ ਦਾ ਗੇਟ। ਉਹਨੇ ਅੰਗਰੇਜ਼ਾਂ ਦਾ ਜਾਣਾ ਬਣਾ ਲਾਦਾ। हम अंग्रेजों के ज़माने के जेलर हैं। ਇੱਟਾਂ ਤਾਂ ਮੋਰੇ ਹੋਏ ਵਾਲੀਆਂ ਲਾਈਆਂ। ਦੋ ਪੰਛੀ ਦਿਖੇ ਆ, ਤੇ ਨਾ ਉੱਡਣ ਤਾਂ ਤੁਹਾਨੂੰ ਨੇੜਿਓਂ ਦਿਖਾਉਂਦੇ ਆ। ਕਿਹੜੇ ਪੰਛੀ ਆ? ਓਏ ਹੋਏ ਹੋਏ, ਕਿੱਦਾਂ ਜੰਗਲ ਜਿਹਾ ਤਿਆਰ ਕੀਤਾ ਇਹਨਾਂ ਨੇ ਨਾ, ਲੋਹੇ ਦੀਆਂ ਸਪੋਰਟਾਂ ਲਾ ਕੇ ਉੱਤੇ ਲੱਕੜ ਦੀ। ਜਦੋਂ ਮੀਂਹ ਪੈਂਦਾ। ਹੁਣੇ ਹੀ ਆਪਾਂ ਦੂਰੋਂ ਦੇਖੇ ਸੀਗੇ ਤੇ 5-7 ਮੋਰ ਸੀਗੇ। ਸਾਨੂੰ ਦੇਖ ਕੇ ਸ਼ਾਇਦ ਉਹ ਦੌੜ ਗਏ, ਲੁੱਕ ਗਏ ਆ। ਪੰਛੀ ਵੀ ਉੜ ਗਏ। ਆਪਾਂ ਮੋਰ ਦੇਖੇ ਜੀ, ਮੋਰ ਜਿੱਦਾਂ ਆਪਾਂ ਅੰਦਰ ਆਏ ਤਾਂ ਅੰਦਰ ਨੂੰ ਦੌੜ ਗਏ, ਲੁੱਕ ਗਏ ਸਾਡੇ ਤੋਂ। ਮੈਨੂੰ ਇੱਕ ਕਵਿਤਾ ਯਾਦ ਆ ਗਈ, ਮੈਂ 10 ਸਾਲ ਪਹਿਲਾਂ ਲਿਖੀ ਸੀਗੀ ਅੱਛਾ।
ਕਿ ਲੈਣ ਆਸਰਾ ਕੋਲੇ ਆ ਗਏ, ਭਾਂ ਭਾਂ ਦੇ ਫਲਿਓ ਖਾ ਗਏ। ਅਸੀਂ ਦਿੱਤਾ ਸਹਾਰਾ ਟਾਹਣੀਆਂ ਦਾ, ਉਹ ਫੇਰ ਵੀ ਸਾਥੋਂ ਅੱਕਦੇ ਰਹੇ। ਪੰਛੀ ਮਾਰੇ ਉਡਾਰੀ ਚਲੇ ਗਏ, ਰੁੱਖ ਭਰੀਆਂ ਅੱਖਾਂ ਨਾਲ ਤੱਕਦੇ ਰਹੇ, ਰੁੱਖ ਭਰੀਆਂ ਅੱਖਾਂ ਨਾਲ ਤੱਕਦੇ ਰਹੇ। ਮੋਰ, ਕਬੂਤਰ, ਚਿੜੀਆਂ, ਕਾਂ, ਸਾਰਿਆਂ ਦੀਆਂ ਆਵਾਜ਼ਾਂ ਤੁਹਾਨੂੰ ਵਿੱਚ ਵਿੱਚ ਸੁਣ ਰਹੀਆਂ ਹੋਣੀਆਂ। ਛੋਟੇ ਹੁੰਦੇ ਇੱਕ ਹਾਂ ਹਵਾ ਬਹੁਤ ਠੰਡੀ ਚੱਲਦੀ ਪਈ ਆ ਇੱਥੇ। ਲੱਗਦਾ ਨਹੀਂ ਵੀ ਇੱਦਾਂ ਜਿੱਦਾਂ ਬਾਹਰ ਇੰਨਾ ਜ਼ਿਆਦਾ ਟੈਂਪਰੇਚਰ ਹੋਊਗਾ ਵੀ 32-33 ਡਿਗਰੀ ਹੋ ਗਿਆ ਹੋਇਆ। ਇੱਥੇ ਇੱਕਦਮ ਠੰਡਾ ਮਾਹੌਲ ਆ। ਤੇ ਇੱਕ ਕਵਿਤਾ ਸੀਗੀ ਛੋਟੇ ਹੁੰਦੇ, ਉਹ ਯਾਦ ਆ ਗਈ। ਉਹਨਾਂ ਸਾਰੀਆਂ ਚੀਜ਼ਾਂ ਵਿੱਚ ਸ਼ਾਮਿਲ ਹੁੰਦਾ ਹੈ ਤੂੰ, ਜੋ ਮੈਨੂੰ ਤੇਰੇ ਕੋਲੋਂ ਪ੍ਰਾਪਤ ਹੁੰਦੀਆਂ ਹਨ। ਉਹਨਾਂ ਹਾਸਿਆਂ, ਬੋਲਾਂ ਤੇ ਤੱਕੜੀਆਂ ਵਿੱਚ, ਉਹਨਾਂ ਫੁੱਲਾਂ, ਪੱਤਿਆਂ ਤੇ ਕਿਤਾਬਾਂ ਵਿੱਚ, ਉਹਨਾਂ ਖਿਆਲਾਂ, ਖਾਬਾਂ ਤੇ ਯਾਦਾਂ ਵਿੱਚ ਤੂੰ ਸ਼ਾਮਿਲ ਹੁੰਦਾ ਹੈ ਹਰ ਚੀਜ਼ ਵਿੱਚ। ਮੇਰੇ ਆਲੇ ਦੁਆਲੇ ਤੇ ਬ੍ਰਹਮਾਂਡ ਵਿੱਚ ਬਿਖਰਿਆ ਹੋਇਆ ਹੈ ਤੂੰ। ਮੇਰੇ ਕਣ ਕਣ ਵਿੱਚ ਸਿਮਟਿਆ ਹੋਇਆ ਹੈ ਤੂੰ। ਮੇਰੇ ਕਣ ਕਣ ਵਿੱਚ ਸਿਮਟਿਆ ਹੋਇਆ ਹੈ ਤੂੰ। ਕਰੀਏ ਕੂਚ ਫੇ ਅਗਲੇ ਪਾਸੇ। ਸੋ ਦੋਸਤੋ, ਇਹ ਸੀ ਵਨ ਚੇਤਨਾ ਪਾਰਕ ਹੁਸ਼ਿਆਰਪੁਰ, ਜਿਹੜਾ ਕਿ ਪਿੰਡ ਬਜਵਾੜੇ ਦੇ ਨੇੜੇ ਆ। ਤੇ ਉੱਥੇ ਦੀ ਤੁਸੀਂ ਜਿਹੜੀ ਕੁਦਰਤ ਆ, ਜਿਹੜੀ ਹਰਿਆਲੀ ਆ, ਉਹਦਾ ਤੁਸੀਂ ਨਜ਼ਾਰਾ ਮਾਣਿਆ। ਤੇ ਹੁਣ ਆਪਾਂ ਅੱਗੇ ਨੂੰ ਚੱਲਦੇ ਆ। ਸਾਡਾ ਜਿਹੜੀ ਅਗਲਾ ਪੜਾਅ ਹੈਗਾ ਆ, ਸਾਡੀ ਅਗਲੀ ਡੈਸਟੀਨੇਸ਼ਨ ਆ, ਕਿਹੜੀ ਆ ਉਹ? ਥਾਣਾ ਡੈਮ ਤਾਂ ਆਪਾਂ ਜਾ ਆਏ ਸੀਗੇ। ਨਾਰਾ ਡੈਮ। ਆਪਾਂ ਨਾਰਾ ਡੈਮ ਜਾ ਰਹੇ ਆ। ਤੇ ਇੱਕੋ ਜਿਹਾ ਡੈਮ ਆ ਨਾ ਐਕਚੁਅਲੀ। ਇੱਧਰਲੇ ਸਾਈਡ ਤੇ ਡੈਮ ਬਹੁਤ ਹੈਗੇ ਆ, ਥਾਣਾ ਡੈਮ, ਨਾਰਾ ਡੈਮ, ਢੋਲਵਾਹਾ ਡੈਮ, ਫਿਰ ਹੋਰ ਡਮਸਲ ਡੈਮ, ਫਿਰ ਇੱਕ ਹੋਰ ਵੀ ਹੈਗਾ ਉੱਧਰ ਆਪਣਾ ਜਿਹੜਾ ਸਲੇਰਨ ਡੈਮ, ਮੈਲੀ ਡੈਮ। ਡੈਮ ਬਹੁਤ ਹੈਗੇ ਆ। ਦੇਖ ਲਓ 6 ਗਣਾਤੇ ਆਪਾਂ। 6 ਵੀਡੀਓ ਤਾਂ ਇਹੀ ਬਣ ਜਾਣੇ ਆਪਣੇ ਵਲੌਗਸ ਦੇ। ਤੇ ਇਸ ਤੋਂ ਪਹਿਲਾਂ ਆਪਾਂ ਥਾਣਾ ਡੈਮ ਜਾ ਚੁੱਕੇ ਆ, ਤੇ ਉਹ ਇੱਕ ਥਾਣਾ ਡੈਮ 'ਚ ਆ ਚੁੱਕੇ ਆ, ਤੇ ਦੂਜਾ ਆਪਾਂ ਚੋਹਾਲ ਡੈਮ ਵੀ ਸੀਗਾ। ਆਪਾਂ ਚੋਹਾਲ ਡੈਮ ਜਾ ਚੁੱਕੇ ਆ। 2 ਡੈਮਾਂ ਦੀ ਤੁਸੀਂ ਵੀਡੀਓ ਦੇਖ ਚੁੱਕੇ ਹੋ। ਤੇ ਹੁਣ ਇਹ ਤੁਹਾਨੂੰ ਅੱਜ ਆਪਾਂ ਦਿਖਾਵਾਂਗੇ ਨਾਰਾ ਡੈਮ। ਇੱਥੋਂ ਕਾਫੀ ਦੂਰ ਆ, ਪੈਂਡਾ ਕਾਫੀ ਆ, ਪਰ ਹਿੰਮਤੇ ਮਰਦਾ ਮਦਦ ਖੁਦਾ। ਆਜੋ ਚਲੀਏ। ਠੰਡੀ ਠੰਡੀ ਚਾਹੁੰਦੀ ਹੈ ਹਵਾ। ਜਦੋਂ ਚੜਾਈ ਆ ਜਾਂਦੀ ਹੈ ਉਹ ਤਾਂ ਬਸ ਹੋ ਜਾਂਦੀ ਹੈ। ਹੁਣ ਇੱਧਰਲੇ ਪਾਸੇ ਨੂੰ ਐਲੀਵੇਸ਼ਨ ਆਈ ਆ, ਸੋ ਉੱਪਰ ਨੂੰ ਜਾ ਰਹੇ ਆ ਥੋੜਾ ਥੋੜਾ। ਤੇ ਜਿੱਦਾਂ ਜਿੱਦਾਂ ਚੜਾਈ ਆਉਂਦੀ ਆ ਉਦੋਂ ਸਾਈਕਲ ਚਲਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ। ਲੋਡ ਕੀਤੀ ਕਿਹੜੀ? ਠੰਡੀ ਹੋ ਜਾਂਦੀ, ਹਵਾ ਠੰਡੀ ਹੋਈ ਜਾਂਦੀ ਆ ਤੇ ਸਰੀਰ ਵੀ ਗਰਮ ਹੋ ਜਾਂਦੇ ਆ। ਸਰੀਰ ਗਰਮ ਹੋਈ ਜਾਂਦੇ ਆ। ਚੜਾਈ ਜਦੋਂ ਤੱਕ ਚੜਾਈ ਆਈ ਜਾਣੀ ਆ ਉਦੋਂ ਤੱਕ ਸਾਈਕਲ ਦਾ ਬਹੁਤ ਬੁਰਾ ਹਾਲ ਹੁੰਦਾ। ਜਦੋਂ ਵਾਪਸੀ ਤੇ ਉਤਰਾਈ ਹੋਣੀ ਆ ਉਦੋਂ ਕਾਫੀ ਸੌਖਾ ਹੋਣਾ, ਟਾਈਮ ਵੀ ਘੱਟ ਲੱਗੂਗਾ। ਫਿਲਹਾਲ ਤਾਂ ਓਕੇ ਹੋਇਆ ਪਿਆ ਕੰਮ। ਰਸਤੇ ਦੇ ਵਿੱਚ ਇੱਕ ਜਗ੍ਹਾ ਤੇ ਘਰ ਦੇ ਬਾਹਰ ਬਹੁਤ ਹੀ ਸੋਹਣੇ ਫਲਾਵਰਸ ਲੱਗੇ ਹੋਏ ਆ। ਪੱਠਾ ਉਹਦੇ ਫੋਰੈਸਟ ਹਾਊਸ ਵੀ ਹੈ। ਲੋ ਜੀ, ਫੋਰੈਸਟ ਹਾਊਸ ਵੀ ਹੈ। ਇੱਟਾਂ ਦਾ ਪੱਠਾ। ਕਿਹੜਾ ਇੱਟਾਂ ਦਾ ਪੱਠਾ ਹੈ? ਠਾਕੁਰ ਇੱਟਾਂ ਦਾ ਪੱਠਾ। ਸੋ ਰਸਤੇ ਵਿੱਚੋਂ ਲੰਘਦੇ ਲੰਘਦੇ ਇੱਕ ਖੂਬਸੂਰਤ ਜਗ੍ਹਾ ਆਈ ਆ, ਹੈਪੀ ਫਾਰਮ। ਤੇ ਫੁੱਲਾਂ ਦੀ ਖੇਤੀ ਕਰਦੇ ਆ ਤੇ ਬਹੁਤ ਹੀ ਸੋਹਣੇ ਫਲਾਵਰਸ ਅਲੱਗ-ਅਲੱਗ ਤਰ੍ਹਾਂ ਦੇ ਇਹਨਾਂ ਨੇ ਲਗਾਏ ਹੋਏ ਆ। ਤੇ ਸਾਨੂੰ ਰਸਤੇ 'ਚ ਦਿਖੇ ਤਾਂ ਆਪਾਂ ਇੱਥੇ ਰੁਕ ਗਏ। ਤੇ ਦੇਖੋ ਕੁਦਰਤ, ਦੇਖੋ ਕੁਦਰਤ ਦੀ ਹਰਿਆਲੀ, ਦੇਖੋ ਫੁੱਲ, ਦੇਖੋ ਬਹੁਤ ਹੀ ਸੋਹਣੇ। ਲੋ ਜੀ, ਰਾਹ 'ਚ ਜਾਂਦੇ ਹੋਏ ਬਹੁਤ ਹੀ ਖੂਬਸੂਰਤ ਰਸਤਾ, ਦੋਨੋਂ ਪਾਸੇ ਖੇਤੀ ਆ। ਇੱਧਰ ਕਣਕ ਲੱਗੀ ਹੋਈ ਆ, ਬਸ ਰੰਗ ਸੁਨਹਿਰੀ ਹੋਣ ਵਾਲਾ ਹੀ ਆ, ਹਾਲੇ ਤਾਂ ਕੱਚੀ ਆ, ਹਰੇ ਰੰਗ ਦੀ ਆ। ਸਾਵਾ ਰੰਗ ਕਹਿੰਦੇ ਆ। ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ। ਇੱਧਰ ਵੀ ਆ ਪਪੂਲਰ ਲੱਗੇ, ਇਹ ਪਪੂਲਰ ਲੱਗੇ ਹੋਏ ਆ। ਤੇ ਚੜਾਈ ਤਾਂ ਬਹੁਤ ਹੀ ਆ ਭਰਾ।
ਸੋ ਫਰੈਂਡਸ ਵੀ ਆਰ ਆਲਮੋਸਟ देयर 20 ਕਿਲੋਮੀਟਰਸ ਦਾ ਟੋਟਲ ਰਸਤਾ ਸੀਗਾ ਹੁਸ਼ਿਆਰਪੁਰ ਸਿਟੀ ਤੋਂ ਤੇ 3 ਕਿਲੋਮੀਟਰ ਰਹਿ ਗਏ ਆ ਦੇਖੋ ਇੱਥੇ ਫੋਰੈਸਟ ਰੈਸਟ ਹਾਊਸ ਆ ਇਟਸ ਅਰਾਊਂਡ 3 ਕਿਲੋਮੀਟਰਸ ਫਰਮ ਹੀਅਰ 3 ਕਿਲੋਮੀਟਰ ਤੇ ਹੈਗਾ ਫੋਰੈਸਟ ਵਾਲਿਆਂ ਦਾ ਰੈਸਟ ਹਾਊਸ ਤੇ ਜਿੱਦਾਂ ਉਹ ਤੁਸੀਂ ਬੋਰਡ ਸਾਹਮਣੇ ਦੇਖ ਸਕਦੇ ਹੋ RIDF ਪ੍ਰੋਜੈਕਟ ਉਹਦੇ ਵਿੱਚ ਇੱਕ ਜਗ੍ਹਾ ਲਿਖਿਆ ਹੈ 20 ਕਿਲੋਮੀਟਰ ਫਰਮ ਹੁਸ਼ਿਆਰਪੁਰ ਸੋ ਆਪਾਂ ਮੇਨ ਸਿਟੀ ਤੋਂ ਹੀ ਆਏ ਆ ਸੋ 17 ਕਿਲੋਮੀਟਰ ਆਪਾਂ ਅਪਰੋਕਸੀਮੇਟਲੀ ਚੱਲੇ ਆ ਤਾਂ 3 ਕਿਲੋਮੀਟਰ ਅੱਗੇ ਰਹਿ ਗਿਆ ਔਰ ਇਸ ਦੇ ਨਾਲ ਹੀ ਇੱਕ ਬੋਰਡ ਵੀ ਹੈਗਾ ਇੱਥੇ ਮੋੜ ਤੇ ਪਹੁੰਚ ਮਾਰਗ ਨਾਰਾ ਡੈਮ ਸੋ ਇਟ ਸੇਜ਼ ਕਿ ਪਹੁੰਚ ਮਾਰਗ ਨਾਰਾ ਡੈਮ ਜਿਹੜਾ ਇੱਥੋਂ ਜਿਹੜੀ ਦੂਰੀ ਆ ਉਹ 3 ਕਿਲੋਮੀਟਰ ਤੇ 850 ਮੀਟਰ ਦੀ ਦੂਰੀ ਤੇ ਆ ਇੱਥੋਂ ਤੇ ਇਹੀ ਰਸਤਾ ਬਾਬਾ ਸ਼ਾਹ ਗਰੀਬ ਜੀ ਦੇ ਰਸਤੇ ਆਪਣੀ ਜਗ੍ਹਾ ਤੇ ਵੀ ਜਾਂਦਾ ਹੈ ਤੇ ਬਾਕੀ ਆਹ ਰਸਤਾ ਆ ਜੀ ਤੁਸੀਂ ਜਿੱਦਾਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਰਸਤਾ ਆ ਹਰਿਆਲੀ ਆ ਇਟਸ ਆਲ ਅਬਾਊਟ ਗ੍ਰੀਨਰੀ ਬਹੁਤ ਮਜ਼ਾ ਆ ਰਿਹਾ ਇੱਥੇ ਥਕਾਵਟ ਤਾਂ ਹੁੰਦੀ ਆ ਚਲੋ ਸਾਈਕਲ ਚਲਾ ਕੇ ਪਰ ਜਿਹੜਾ ਹਰਿਆਲੀ ਕਰਕੇ ਜਿਹੜੀ ਰਸਤੇ ਛਾਵਾਂ ਆਉਂਦੀਆਂ ਆ ਠੰਡ ਆਉਂਦੀ ਆ ਹਵਾ ਚੱਲਦੀ ਆ ਉਹਦੇ ਕਰਕੇ ਅੱਛਾ ਬਹੁਤ ਲੱਗ ਰਿਹਾ ਸੋ ਹੁਣ ਆਓ ਅੱਗੇ ਚੱਲਦੇ ਹਾਂ ਤੇ ਇਸ ਰਸਤੇ ਤੇ ਇਸ ਦੇ ਨਾਲ ਅੰਬਾਂ ਦੇ ਦਰਖਤ ਵੀ ਆ ਜੀ ਇੱਥੇ ਕਾਫੀ ਪੁਰਾਣੇ ਅੰਬਾਂ ਦੇ ਸੰਘਣੇ ਦਰਖਤ ਹੈਗੇ ਆ ਤੇ ਇਹਦੇ ਨਾਲ ਇੱਥੇ ਖੇਤੀ ਵੀ ਕੀਤੀ ਜਾ ਰਹੀ ਆ ਇਹ ਸੰਤਰਿਆਂ ਦੇ ਦਰਖਤ ਲਾਏ ਹੋਏ ਆ ਸਾਡੇ ਨਾਲ ਏਡੀਓ ਸਾਹਿਬ ਕਹਿ ਰਹੇ ਆ ਕਿ ਬਾਗ ਆ ਸੰਤਰਿਆਂ ਦੇ ਬਾਗ ਹੁੰਦੇ ਆ ਦਰਖਤ ਨਹੀਂ ਸੋ ਸੰਤਰਿਆਂ ਦੇ ਦਰਖਤਾਂ ਦਾ ਬਾਗ ਇਹ ਤਕਰੀਬਨ ਜੇ ਆਪਾਂ ਗਿਣਤੀ ਕਰੀਏ ਦੋਨੋਂ ਪਾਸੇ ਉਹ ਕ੍ਰਾਸ ਮਲਟੀਪਲਾਈ ਕਰਕੇ ਤਾਂ ਆਈ ਥਿੰਕ 500-600 ਦਰਖਤ ਹੈਗਾ ਆ ਜੰਗਲ ਆ ਇੱਥੇ ਦਾ ਜੇ ਸ਼ੇਰ ਆ ਗਿਆ ਇੱਥੇ ਹੈ ਸ਼ੇਰ ਆ ਗਿਆ ਜੇ ਸ਼ੇਰ ਆ ਗਿਆ ਫਿਰ ਸਾਈਕਲ ਸੁੱਟ ਕੇ ਦਰਖਤ ਦੇ ਉੱਤੇ ਚੜਾਂਗੇ ਕਹਾਣੀ ਤੂੰ ਵੀ ਬੜੀ ਹੋਈ ਆ ਸਾਹਮਣੇ ਚ ਪਤਾ ਕੀ ਹੈ ਹੁਸ਼ਿਆਰਪੁਰ ਦੇ ਜੰਗਲ ਚਲੋ ਇਹੀ ਲਿਖਾਂਗੇ ਥੰਬਨੇਲ ਤੇ ਹੁਸ਼ਿਆਰਪੁਰ ਦੇ ਜੰਗਲ ਸੋ ਦੋਸਤੋ 1 ਕਿਲੋਮੀਟਰ ਰਹਿ ਗਿਆ ਤੇ ਸਾਰਾ ਜੰਗਲ ਏਰੀਆ ਹੈ ਬੈਂਬੂਸ ਸੁਨਸਾਨ ਅਸੀਂ ਆ ਤਾਂ ਗਏ ਆ ਬਟ ਰეკਮੈਂਡੇਸ਼ਨ ਇਹੀ ਹੈ ਸਾਈਕਲ ਤੇ ਨਾ ਆਓ ਇਸ ਸਾਈਡ ਤੇ ਕਿਉਂਕਿ ਪਤਾ ਨਹੀਂ ਹੈਗਾ ਸਾਰਾ ਜੰਗਲੀ ਏਰੀਆ ਹੈ ਕੋਈ ਵੀ ਜਾਨਵਰ ਕਿਸੇ ਵੇਲੇ ਵੀ ਆ ਸਕਦਾ ਹੈ ਅਸੀਂ ਤਾਂ ਚਲੋ ਹੁਣ ਆ ਹੀ ਗਏ ਆ ਤੇ ਇੱਕ ਵਾਰੀ ਤਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਸਾਰੇ ਬਟ ਹੈ ਬਹੁਤ ਸੋਹਣਾ ਇਹ ਤਾਂ ਹੈ ਸ਼ਾਂਤੀ ਗ੍ਰੀਨਰੀ ਬਹੁਤ ਆ ਸ਼ਾਂਤੀ ਪੀਸ ਕੋਈ ਬੰਦਾ ਵੀ ਨਹੀਂ ਦਿਖਦਾ ਪਿਆ ਤੇ ਸਾਈਕਲ ਚਲਾ ਕੇ ਆਪਾਂ ਕਿੰਨਾ 19 ਕਿਲੋਮੀਟਰ ਚੱਲ ਗਿਆ ਆਪਣਾ ਨਾ 19 ਕਿਲੋਮੀਟਰ ਆਪਣਾ ਸਾਈਕਲ ਚੱਲ ਚੁੱਕਾ ਹੈ ਸਿਟੀ ਤੋਂ ਤੇ ਅਰਾਊਂਡ 1 ਕਿਲੋਮੀਟਰ ਰਹਿ ਗਿਆ ਚਲੋ ਅੱਗੇ ਚੱਲਦੇ ਹਾਂ ਜਿਹੜੇ ਫੋਰੈਸਟ ਰੈਸਟ ਹਾਊਸ ਦੀ ਤੁਹਾਡੇ ਨਾਲ ਥੋੜੀ ਦੇਰ ਪਹਿਲਾਂ ਅਸੀਂ ਗੱਲ ਕੀਤੀ ਸੀ ਆਪਾਂ ਉੱਥੇ ਪਹੁੰਚ ਗਏ ਹਾਂ ਜਿੱਥੇ ਬੋਰਡ ਸੀਗਾ ਉਹ ਤੋਂ ਤਕਰੀਬਨ 1.5 ਕਿਲੋਮੀਟਰ ਦੀ ਦੂਰੀ ਤੇ ਹੈਗਾ ਫੋਰੈਸਟ ਡਿਪਾਰਟਮੈਂਟ ਦਾ ਇਹ ਖੂਬਸੂਰਤ ਗੈਸਟ ਹਾਊਸ ਵੀ ਆਰ ਆਲਮੋਸਟ ਦੇਅਰ ਤੇ ਆ ਦੇਖੋ ਜੀ ਕੁਦਰਤ ਦੇ ਫੁੱਲ ਜੰਗਲੀ ਫੁੱਲ ਰਸਤੇ 'ਚ ਸਾਰੇ ਫੁੱਲ ਹੀ ਫੁੱਲ ਨੇ ਜੰਗਲ ਦਾ ਫੁੱਲ ਪ੍ਰੋਫੈਸਰ ਮੋਹਨ ਸਿੰਘ ਜੀ ਉਹਨਾਂ ਦੀ ਇੱਕ ਕਵਿਤਾ ਆ ਬਹੁਤ ਸੋਹਣੀ ਜੰਗਲ ਦਾ ਫੁੱਲ ਕੱਚੇ ਹੀ ਆ ਯਾਰ ਥੱਲੇ ਨਾ ਆ ਜਾਵੇ ਡੈਮ ਦਾ ਰੋਡ ਮੁੱਕਣ ਦਾ ਨਾਮ ਨਹੀਂ ਲੈ ਰਿਹਾ ਆ ਮੈਂ ਖੜਾ ਆ ਉਹ ਆ ਰਿਹਾ ਪਿੱਛੇ ਬਾਵਾ ਪਿੱਛੇ ਮੋਟਰਸਾਈਕਲ ਆ ਰਿਹਾ ਹੈ ਤਾਂ ਸ਼ਾਇਦ ਪੁੱਛੂਗਾ ਕਿੰਨਾ ਕੁ ਰਹਿ ਗਿਆ ਆ ਦੇਖਦੇ ਆ ਉਹ ਆਇਆ ਮੋਟਰਸਾਈਕਲ ਵਾਲਾ ਹੁਣ ਸ਼ਾਇਦ ਰੁਕੂਗਾ ਬਾਬਾ ਨੂੰ
ਟਾਈਮ ਆ ਗਿਆ ਕਹਿੰਦੇ, ਜੋ ਮੈਨੂੰ ਇੱਕ ਸੁਣਿਆ ਜਿੰਨਾ ਕੁ। ਲਓ ਜੀ ਫਾਈਨਲੀ ਅਸੀਂ ਪਹੁੰਚ ਗਏ ਹਾਂ ਨਾਰਾ ਡੈਮ। ਇੱਕ ਵਾਰੀ ਫਿਰ ਤੁਹਾਨੂੰ ਦੋਨੋਂ ਸਾਈਡ ਤੋਂ ਵੀ ਦਿਖਾਵਾਂਗੇ। ਇੱਕ ਸਾਈਡ ਇਹ ਹੈ ਜਿੱਧਰ ਪਾਣੀ ਛੱਡਿਆ ਜਾਂਦਾ, ਤੇ ਆ ਪਾਣੀ ਇਕੱਠਾ ਕੀਤਾ ਹੋਇਆ। ਹੋਏ ਹੋਏ ਬਹੁਤ ਪਾਣੀ ਸੋਹਣਾ। ਵਾਹ ਜੀ ਵਾਹ, ਗੱਲਬਾਤ। ਆਖਰੀ 4-5 ਕਿਲੋਮੀਟਰ ਨੇ ਸਾਡੀ ਤਸੱਲੀ ਕਰਾਤੀ। ਨਹੀਂ ਤਾਂ ਪਹਿਲੇ 15-16 ਤਾਂ ਵਧੀਆ ਸੀ। ਟੋਟਲ ਆਪਾਂ ਚੱਲੇ 22 ਕਿਲੋਮੀਟਰ। ਤੁਸੀਂ ਬਾਬਾ ਜੀ ਦੇ ਚੱਲੇ ਆ? हाँ वो वही सर काम किए थे ना टैक्स। ਅੱਛਾ ਅੱਛਾ, ਉੱਥੇ ਟ੍ਰਾਇਲ ਲਗਾਉਂਦੇ। हाँ फरमाइश करना। ਅੱਛਾ, ਉਹ ਜਿਹੜੀਆਂ ਲਗਾਉਂਦੀਆਂ ਲੱਭਦੇ ਵੀ। हाँ वही जगह। अरे मैं कहते पहले 10 मिनट नहीं लगता था जाने में, हम तो अभी 1 घंटा से ज़्यादा लगेगा। ਠੀਕ ਇਹ ਬੋਟ ਰੱਖ ਲਓ। ਕਿਸ਼ਤੀ ਰੱਖ ਲਓ ਇੱਕ। ये लक्कड़ बहुत है। ਲੱਕੜ ਉਹਦੇ ਕਰਕੇ ਨਹੀਂ ਹੁੰਦਾ ਨਾ। ਥੱਲੇ ਕੀ ਦਰਖਤ ਰੁੱਤਾ ਗਿਆ? ਉਹ ਦੇਖ ਦਿਖਦਾ ਪਿਆ, डूबा हुआ है दरख्त। ਦਰਖਤ ਡੁੱਬੇ ਹੋਇਆ ਦੇਖੋ, ਇੱਕ ਦਿਖਦਾ ਪਿਆ। हेलो जी, हाउ आर यू? ਵੱਡੇ ਭਾਜੀ ਵੀ ਆ ਗਏ ਜੀ। ਓਏ ਹੋਏ ਹੋਏ। ਇੱਥੇ ਉੱਦਾਂ ਇਹਨਾਂ ਨੂੰ ਖਾਣ ਪੀਣ ਨੂੰ ਕੁਝ ਖਾਸ ਨਹੀਂ ਮਿਲਦਾ ਲੱਗਦਾ, ਕਿਉਂਕਿ ਇੱਥੇ ਜਿੱਦਾਂ ਤੁਸੀਂ ਦੇਖ ਸਕਦੇ ਹੋ, ਸ਼ਾਇਦ ਹੋਲੀ ਕੱਲ੍ਹ ਪਰਸੋਂ ਕੋਈ ਖੇਲ ਕੇ ਗਿਆ ਹੋਣਾ ਇੱਥੇ ਹੋਲੀ ਵਾਲੇ ਦਿਨ, ਤੇ ਉਸ ਤੋਂ ਬਾਅਦ ਇਹਨਾਂ ਦੇ ਲਈ ਇੱਥੇ ਜਿੱਦਾਂ ਕੋਈ ਹੈ ਨਹੀਂ ਟੂਰਿਸਟ ਜ਼ਿਆਦਾ, ਤੇ ਸ਼ਾਇਦ ਇਹਨਾਂ ਨੂੰ ਖਾਣ ਪੀਣ ਨੂੰ ਵੀ ਘੱਟ ਹੀ ਮਿਲਦਾ ਹੈ। ਇਸ ਕਰਕੇ ਵਿਚਾਰੇ ਭੁੱਖੇ ਆ ਇਸ ਵੇਲੇ। ਕੋਈ ਨਾ, ਤੁਹਾਨੂੰ ਬਿਸਕੁਟ ਪਾ ਕੇ ਜਾਂਦੇ ਆ, ਪਰ ਜਾਣ ਲੱਗੇ ਨਹੀਂ ਤਾਂ ਪੈ ਜਾਣਾ ਸਾਨੂੰ ਇਹਨਾਂ ਨੇ। ਲਓ ਜੀ, ਚੀਜ਼ਾਂ ਤਾਂ ਆਪਾਂ ਕਈ ਪੜ੍ਹੀ ਦੀਆਂ, ਪਹਿਲੀ ਵਾਰੀ ਪੜ੍ਹੀ ਆ। ਇਹ ਸਥਾਨ ਸ਼ਰਾਬੀਆਂ ਦਾ ਪਵਿੱਤਰ ਸਥਾਨ ਹੈ। ਕਿਰਪਾ ਕਰਕੇ ਆਉਣ ਵਾਲੀ ਪੀੜ੍ਹੀ ਲਈ ਇਸ ਨੂੰ ਸਾਫ਼ ਸੁਥਰਾ ਰੱਖੋ ਜੀ, ਬੇਨਤੀ ਕਰਤਾ ਇੱਕ ਸ਼ਰਾਬੀ। ਲੈ ਨਹੀਂ ਆ ਰਹੀ ਜ਼ਿੰਦਗੀ ਦੇ। 21 ਕਿਲੋਮੀਟਰ ਸੀ ਟੋਟਲ, ਜਿਨ੍ਹਾਂ ਵਿੱਚੋਂ ਪਹਿਲੇ 15-16 ਦਾ ਠੀਕ ਨਿਕਲ ਗਏ, ਬਟ ਆਖਰੀ ਜਿਹੜੇ 4-5 ਸੀਗੇ ਉਹ ਬਹੁਤ ਮੁਸ਼ਕਿਲ ਨਾਲ ਨਿਕਲੇ ਆ। ਬਹੁਤ ਚੜ੍ਹਾਈ ਸੀਗੀ, ਤੇ ਜੇ ਤੁਸੀਂ ਆਉਣਾ ਆ ਸਾਈਕਲ ਤੇ ਵੀ ਆ ਸਕਦੇ ਆ। ਟਾਈਮ ਲੱਗਾ ਆਪਾਂ ਨੂੰ। ਅੱਜ ਦੇਖੋ ਜੀ, ਸਾਨੂੰ ਟੋਟਲ ਇੰਨਾ ਟਾਈਮ ਲੱਗਿਆ 1 ਘੰਟਾ 1 ਘੰਟਾ 54 ਮਿੰਟ, 20.67 ਕਿਲੋਮੀਟਰ, 20.67 ਕਿਲੋਮੀਟਰਸ ਇਨ ਅਪਰੋਕਸੀਮੇਟਲੀ 2 ਆਵਰਸ, ਤੇ ਤਕਰੀਬਨ 11 ਕਿਲੋਮੀਟਰ ਪਰ ਆਰ ਦੀ ਸਾਡੀ ਸਪੀਡ ਰਹੀ, ਤੇ ਆਉਣ ਦੀ। ਹੁਣ ਅਸੀਂ ਵਾਪਸ ਜਾਣਾ ਆ। ਸੋ ਟੋਟਲ ਸਾਡੀ ਅਰਾਊਂਡ 42 ਕਿਲੋਮੀਟਰਸ ਦੀ ਜਰਨੀ ਆਈ ਦੀ ਹੈ। ਲਓ ਜੀ, ਹੱਥ ਮੂੰਹ ਧੋਣ ਦਾ ਵੀ ਅਰੇਂਜਮੈਂਟ ਹੋ ਗਿਆ ਹੈ।
ਧੁੱਪ ਬਹੁਤ ਤਿੱਖੀ ਚੜ ਗਈ ਸੀਗੀ ਤੇ ਰਾਹ 'ਚ ਟਿਊਬਵੈਲ ਮਿਲ ਗਿਆ ਤੇ ਹੁਣ ਅਸੀਂ ਇੱਥੇ ਹੱਥ ਮੂੰਹ ਧੋ ਕੇ ਪਾਣੀ ਪੀ ਕੇ ਫੇਰ ਅੱਗੇ ਜਾਵਾਂਗੇ। ਸੋ ਦੋਸਤੋ ਟੋਟਲ ਸਾਡੇ ਕਿਲੋਮੀਟਰ ਕਿੰਨੇ ਹੋਏ ਆ? 42 ਕਿਲੋਮੀਟਰ ਟੋਟਲ ਹੋਏ ਆ। ਅਸੀਂ ਪਹੁੰਚ ਗਏ ਹਾਂ ਘਰ। ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ। ਹਾਲ ਸਾਡੀ ਦੇਖ ਲਓ। ਸੋ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਅਗਲੇ ਵਲੌਗ ਤੇ ਫੇਰ ਮਿਲਾਂਗੇ। ਟਾਟਾ।